देश की आज़ादी विच अपना योगदान देने वाले स्वतंत्रता सेनानियां नूं अज देश याद करता है, जिन्हां अपना सब कुछ देश ਲਈ कुर्बान करन 'ਚ कोई कसर नहीं छड्डी। जेकर देखिया जाए तां अज देश इन्हां योद्धां दा कर्ज नहीं उतार सकदा, जिन्हां अंग्रेज़ां दियां चूल्हा हिलाउण दी कोई कसर नहीं छड्डी। समय-समय सिर जेल जाण ते कुर्बानियां देण लई ਇਹ ਪਿੱਛੇ नहीं हटे। ਅੱਜ ਗੱਲ ਕਰਾਂਗੇ ਲੁਧਿਆਣਾ ਦੇ ਪਹਿਲੇ ਵਿਧਾਇਕ ਮੁੱਖ ਸੰਸਦੀ ਸਚਿਵ ਦੀਵਾਨ ਜਗਦੀਸ਼ ਚੰਦਰ ਦੀ, ਜਿਨ੍ਹਾਂ ਦਾ ਜਨਮ 16/9/1914 ਨੂੰ ਹੋਇਆ ਅਤੇ ਉਹਨਾਂ ਦਾ ਦੇਹਾਂਤ 9/1/2010 ਨੂੰ ਹੋਇਆ। ਇਹਨਾਂ ਦੀ ਸ਼ਖਸੀਅਤ ਦੇ ਕਾਇਲ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵੀ ਰਹਿ ਚੁੱਕੇ ਹਨ, ਜਿਨ੍ਹਾਂ ਇਸ ਵੀਰ ਦਾ ਸਮੇਂ-ਸਮੇਂ ਸਮਰਥਨ ਕੀਤਾ। ਇਹਨਾਂ ਦੇ 3 ਬੱਚੇ ਹਨ, ਜਿਨ੍ਹਾਂ 'ਚ ਇੱਕ ਪੇਸ਼ੇ ਵਜੋਂ ਡਾਕਟਰ ਹਨ ਅਤੇ ਹਸਪੀਟਲ ਚਲਾਉਂਦੇ ਹਨ, ਜੋ ਆਪਣੇ ਪਿਤਾ ਦੀਵਾਨ ਜਗਦੀਸ਼ ਚੰਦਰ ਦੀ ਦਿੱਤੀ ਸਿੱਖਿਆ ਤੇ ਅਮਲ ਕਰ ਲੋੜਵੰਦਾਂ ਦੀ ਸਹਾਇਤਾ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਇਸ ਬਾਰੇ ਜਾਣਕਾਰੀ ਦਿੰਦਿਆਂ ਦੀਵਾਨ ਜਗਦੀਸ਼ ਚੰਦਰ ਦੇ ਪੁੱਤਰ ਡਾਕਟਰ ਨਰੋਤਮ ਦੀਵਾਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅੰਗਰੇਜ਼ ਸ਼ਾਸਨ ਕਾਲ 'ਚ ਜੇਲ੍ਹ ਕੱਟ ਚੁੱਕੇ ਹਨ, ਜੋ ਐਡਵੋਕੇਟ ਹੋਣ ਨਾਲ ਦੇਸ਼ ਅਤੇ ਸਮਾਜ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦੇ ਸਨ। ਉਹਨਾਂ ਦਾ ਮੁੱਖ ਮਕਸਦ ਲੋਕਾਂ ਨੂੰ ਮੁਫਤ ਇਲਾਜ, ਸਿੱਖਿਆ ਅਤੇ ਹੋਰ ਸਹੂਲਤਾਂ ਮਿਲ ਸਕਣ। ਦੇਸ਼ ਲਈ ਉਹਨਾਂ ਦੇ ਪਿਤਾ ਨੇ ਬਹੁਤ ਕੁਝ ਕੀਤਾ। ਭ੍ਰਿਸ਼ਟਾਚਾਰ ਵਿਰੁੱਧ ਅਤੇ ਗਰੀਬਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਲੋਕਾਂ ਨੂੰ ਇਨਸਾਫ ਦਿਲਾਉਣ ਦੀ ਵਿੱਚ ਕੋਈ ਕਸਰ ਨਹੀਂ ਛੱਡੀ। ਡਾਕਟਰ ਦੀਵਾਨ ਨੇ ਕਿਹਾ ਕਿ ਦੇਸ਼ ਵਿੱਚ ਇਹਨਾਂ ਸੁਤੰਤਰਤਾ ਸੈਨਾਨੀਆਂ ਨੂੰ 26 ਜਨਵਰੀ ਜਾਂ 15 ਅਗਸਤ ਨੂੰ ਹੀ ਯਾਦ ਕੀਤਾ ਜਾਂਦਾ ਹੈ, ਬਾਕੀ ਦਿਨ ਕਿਉਂ ਨਹੀਂ। ਆਓ ਜਾਣਦੇ ਹਾਂ ਡਾਕਟਰ ਨਰੋਤਮ ਦੀਵਾਨ ਦੀ ਜ਼ੁਬਾਨੀ। देखो, इन्होंने जिहड़ा काम कीता देश के लिए वो दिल और रूह तो कीता। मैं इन्हों भाषण देंदे हुए सुनिया कि असी अपने देश के लिए अपनी देश की नींव 'च अपना खून ते हड्डियां पाण लई तैयार हैगे। इन्हों जिस तरह मेरे दादा जी ने, मेरे ग्रैंडफादर ने दस्सिया सीगा कि उन्हां दी भी इनकरेजमेंट के नाल बचपन तो ही ये जिहड़े सम्मेलन सीगे उन्हां विच जाना शुरू हो गए सीगे ते ये फिर अपने उस टाइम मेन कांग्रेस पार्टी एक्टिव हुंदी सीगी, ਉਹਦੇ फिर ये पंजाब दे पार्टीशन नहीं हुई सी, सारे पंजाब दे स्टूडेंट विंग दे जनरल सैकटरी बने ते इन्हां ने मतलब कि जेल दे विच ही BA पास कीती ते लॉ पास कीता ते इन्हां नूं अंग्रेज़ां ने जदों कि भारत छोड़ो अंदोलन होया ते जलसे कीते। इन्हां ने मतलब कि एक बार जदों इन्हां नूं ਇੱਥੇ ਮਾਲੀਗੰਜ ਦੇ ਵਿੱਚ ਹੋ ਰਿਹਾ ਸੀਗਾ ਇੱਕ ਸਮਾਗਮ, ਉਹਦੇ 'ਚ ਕਹਿੰਦੇ ਕਿ ਜਦੋਂ ਅਸੀਂ ਕਰਦੇ ਰਹੇ, ਭਾਸ਼ਣ ਦਿੰਦੇ ਰਹੇ, ਪਰ ਜਦੋਂ ਅਸੀਂ ਕਿਹਾ ਕਿ ਅੰਗਰੇਜ਼ ਉਹਦੀ ਕੁਈਨ ਵਿਕਟੋਰੀਆ ਦੇ ਖਿਲਾਫ ਕੁਝ ਬੋਲਿਆ ਤੇ ਉਹਨੇ ਜਿਹੜਾ ਸੀਗਾ ਡਿਪਟੀ ਕਮਿਸ਼ਨਰ, ਉਹਨਾਂ ਨੇ ਲਾਠੀ ਚਾਰਜ ਕਰਾ ਦਿੱਤਾ ਤੇ ਮੈਂ ਇੱਕ ਦਾ ਜੇਬ ਸਿਪਾਹੀ ਦਾ ਜੇਬ ਫੜ ਲਈ, ਉਹ ਫਟ ਗਈ ਤੇ ਮੇਰੇ ਤੇ ਜੁਰਮ ਦਾ ਇੰਨਾ ਲੱਗਿਆ ਕਿ ਇਹਨਾਂ ਜੇਬ ਫੜੀ ਹੈ। ਬਾਕੀ ਸਰਦਾਰ ਭਗਤ ਸਿੰਘ ਦੇ ਜਿਹੜੇ ਫਾਦਰ ਕਿਸ਼ਨ ਸਿੰਘ ਜੀ ਸੀਗੇ, ਉਹਨਾਂ ਦੇ ਬਹੁਤ ਕਲੋਜ਼ ਸੀਗੇ। ਮੈਂ ਇਹਨਾਂ ਨੂੰ ਇੱਕ ਵਾਰ ਪੁੱਛਿਆ ਕਿ ਕਿਸ ਤਰ੍ਹਾਂ ਮੂਵਮੈਂਟ ਨੇ ਜ਼ੋਰ ਕਦੋਂ ਪਕੜਿਆ। ਕਹਿੰਦੇ ਮਹਾਤਮਾ ਗਾਂਧੀ ਜੀ ਨੇ ਸਾਰੇ ਮਾਸਿਸ ਨੂੰ ਲਿਆ, ਪਰ ਉਹ ਮਾਸਿਸ ਇੰਨੇ ਜ਼ਿਆਦਾ ਐਕਟਿਵ ਨਹੀਂ ਸੀਗੇ। ਜਦੋਂ ਸਰਦਾਰ ਭਗਤ ਸਿੰਘ ਜੀ ਨੂੰ ਸ਼ਹੀਦੀ ਦਿੱਤੀ ਗਈ, ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ, ਉਹਨਾਂ ਦੇ ਫਾਦਰ ਕਿਸ਼ਨ ਸਿੰਘ ਜੀ ਮੇਰੇ ਕੋਲ ਬੈਠੇ ਸੀ, ਉਹਨਾਂ ਨੇ ਇੱਕ ਵੀ ਅੱਖਾਂ 'ਚੋਂ ਆਂਜੂ ਨਹੀਂ ਕੱਢਿਆ ਔਰ ਉਹ ਮਤਲਬ ਕਿ ਸਾਰੇ ਲੋਕ ਸੜਕਾਂ 'ਤੇ ਆ ਗਏ ਤੇ ਇੱਕਦਮ ਮੂਵਮੈਂਟ ਨੇ, ਸੁਤੰਤਰਤਾ ਮੂਵਮੈਂਟ ਨੇ ਉੱਥੋਂ ਇੱਕ ਬਹੁਤ ਵੱਡਾ ਜ਼ੋਰ ਪਕੜਿਆ। ਇਹ ਦੱਸ ਰਹੇ ਸੀਗੇ ਕਿ ਅਸੀਂ ਮੁਲਤਾਨ ਜੇਲ੍ਹ ਦੇ ਵਿੱਚ, ਉੱਥੇ ਡਾਕਟਰ ਕਾਲੀ ਚਰਨ ਇੱਥੇ ਹੁੰਦੇ ਸੀ, ਉਹ ਵੀ ਨਾਲ ਇਹਨਾਂ ਦੇ ਹੁੰਦੇ ਸੀਗੇ, ਹੋਰ ਵੀ ਸੁਤੰਤਰ ਸੈਨਾਨੀ। ਉਸ ਟਾਈਮ ਤਿਰੰਗਾ ਝੰਡਾ ਕੋਈ ਸਾਡਾ ਜਿਹੜਾ ਨੈਸ਼ਨਲ ਫਲੈਗ ਨਹੀਂ ਸੀਗਾ, ਕਿਉਂਕਿ ਕੰਟਰੀ ਨਹੀਂ ਹਾਲੇ ਬਣਿਆ ਸੀਗਾ, ਪਰ ਇਹ ਕਾਂਗਰਸ ਦਾ ਝੰਡਾ ਹੁੰਦਾ ਸੀ। ਅਸੀਂ ਇੱਕ ਕੇਸਰੀ, ਸਫੇਦ ਤੇ ਹਰਾ ਲੀਰਾਂ ਜਿਹੀਆਂ ਲੈ ਕੇ ਡੰਡੇ 'ਤੇ ਲਾ ਕੇ ਮੁਲਤਾਨ ਜੇਲ੍ਹ ਦੇ ਉੱਪਰ ਚੜ੍ਹਾ ਦਿੱਤਾ ਤੇ ਉਹ ਜਦ ਅੰਗਰੇਜ਼ਾਂ ਨੂੰ ਪਤਾ ਚੱਲਿਆ, ਉਹਨਾਂ ਨੇ ਪਤਾ ਕਰ ਲਿਆ ਕਿ ਇਹਨਾਂ ਨੇ ਚੜ੍ਹਾਇਆ ਤੇ ਕਹਿੰਦੇ ਇਹਨਾਂ ਨੂੰ ਬਹੁਤ ਮਾਰਿਆ ਕੁੱਟਿਆ ਉਹਨਾਂ ਨੇ। ਤੇ ਇੱਕ ਜਿਹੜੀ ਪੁਰਾਣੇ ਟਾਈਮ ਦਾ ਹੁੰਦਾ ਸੀ ਨਾ ਟਾਇਲਟ, ਉਹ ਇੱਕ ਗੱਡੇ 'ਚ ਜਾਂਦਾ ਹੁੰਦਾ ਸੀਗਾ, ਉਹਨਾਂ ਨੇ ਚੱਕ ਕੇ ਉਹਨਾਂ 'ਚ ਸਿੱਟਤਾ ਗੱਡੇ 'ਚ, ਉੱਥੇ ਬੇਹੋਸ਼ ਹੋ ਗਏ, ਕਾਫੀ ਦੇਰ ਬੇਹੋਸ਼ ਪਏ ਰਹੇ। ਫਿਰ ਉਹ ਅੰਗਰੇਜ਼ ਦੇ ਜਿਹੜੇ ਬਾਕੀਆਂ ਨੇ ਲੋਕਾਂ ਨੇ ਪਰਮਿਸ਼ਨ ਲੈ ਕੇ ਇਹਨਾਂ ਨੂੰ ਗੱਡੇ 'ਚੋਂ ਕੱਢਿਆ, ਇਹਨਾਂ ਨੂੰ ਨਹਾਇਆ ਧੋਇਆ ਤੇ ਉਹਨੂੰ ਜਿਹੜਾ ਜੇਲਰ ਸੀਗਾ ਉਹਦੇ ਕੋਲ ਪੇਸ਼ ਕੀਤਾ ਗਿਆ। ਉਹ ਜੇਲਰ ਕਹਿੰਦਾ ਵੀ ਤੁਹਾਨੂੰ ਅਸੀਂ ਤਾਂ ਛੱਡ ਸਕਦੇ ਹਾਂ ਤੇ ਅਗਰ ਤੁਸੀਂ ਮਾਫੀਨਾਮਾ ਲਿਖ ਦਿਓ ਤੇ ਜਾਓ ਤੁਸੀਂ ਇੱਥੋਂ। ਕਹਿੰਦੇ ਮੈਂ ਮਾਫੀਨਾਮਾ ਨਹੀਂ ਲਿਖਾਂਗੇ। ਕਹਿੰਦੇ ਫਿਰ ਤੁਹਾਡੇ ਨਾਲ ਕੀ ਕੀਤਾ ਜਾਵੇ? ਕਹਿੰਦੇ ਜੋ ਮਰਜ਼ੀ ਕਰੋ, ਗੱਡੇ 'ਚ ਦੁਆਰਾ ਸਿੱਟ ਦਿਓ, ਪਰ ਮਾਫੀਨਾਮਾ ਨਹੀਂ ਮੈਂ ਲਿਖੂੰਗਾ। ਤੇ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਆਪਣੇ ਇੱਕ ਬਹੁਤ ਹੀ ਇੱਕ ਰਾਸ਼ਟਰਵਾਦੀ ਸੀ ਵੀ ਸਾਡਾ ਦੇਸ਼ ਆਜ਼ਾਦ ਹੋਣਾ ਚਾਹੀਦਾ। ਇਹ ਕਹਿੰਦੇ ਸੀ ਮੈਂ ਝੰਡਾ ਲੈ ਕੇ ਇਹ
ਜਿਹੜਾ ਚੌੜਾ ਬਾਜ਼ਾਰ ਹੈ ਇਹਦੀ ਗਲੀਆਂ ਦੇ ਵਿੱਚ ਅਸੀਂ ਭੱਜਦੇ ਹੁੰਦੇ ਸੀ ਯੰਗਸਟਰਸ, ਤੇ ਅਸੀਂ ਉਹ ਲੋਕੀ ਕਹਿੰਦੇ ਸੀਗੇ, ਇਹਨਾਂ ਦਾ ਨਾਮ ਜਗਦੀਸ਼ ਚੰਦਰ ਦੀਵਾਨ ਸੀਗਾ, ਤੇ ਇਹ ਕਹਿੰਦੇ ਸੀ ਵੀ ਤੁਸੀਂ ਅੰਗਰੇਜ਼ਾਂ ਤੋਂ ਕਿਸ ਤਰ੍ਹਾਂ ਆਜ਼ਾਦੀ ਲੈ ਸਕਦੇ ਹੋ। ਇਹ ਤਾਂ ਨਾ ਸਾਰਾ ਇਹਨਾਂ ਦੇ ਸੂਰਜ ਨਹੀਂ ਡੁੱਬਦਾ ਇਹਨਾਂ ਦੇ ਰਾਜ ਦੇ ਵਿੱਚ ਕਿਤੇ ਵੀ, ਸਾਰੀ ਦੁਨੀਆ 'ਚ ਰਾਜ ਫੈਲਿਆ। ਇਹ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਆਜ਼ਾਦੀ ਮਿਲੇਗੀ। ਕਹਿੰਦੇ ਫਾਇਦਾ ਕੀ ਹੋਏਗਾ? ਕਹਿੰਦੇ ਫਾਇਦਾ ਇਹ ਹੋਏਗਾ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਹੈ, ਜਿਹੜੇ ਅੰਗਰੇਜ਼ ਸੋਨਾ ਚਾਂਦੀ ਤਾਨਾ ਤੋਂ ਲੁੱਟ ਕੇ ਲਿਜਾ ਰਹੇ ਹੈ, ਉਹ ਸਾਰਾ ਸਾਡੇ ਕੋਲ ਰਹੇਗਾ। ਸਾਡੀ ਨਸਲਾਂ ਨੂੰ ਫ੍ਰੀ ਪੜ੍ਹਾਈ ਹੋਏਗੀ, ਫ੍ਰੀ ਇਲਾਜ ਹੋਏਗਾ, ਸਾਡਾ ਦੇਸ਼ ਤਰੱਕੀ ਕਰਕੇ ਦੁਨੀਆ 'ਚ ਅੰਗਰੇਜ਼ਾਂ ਦੇ ਦੇਸ਼ ਤੋਂ ਵੀ ਅੱਗੇ ਦੇਸ਼ ਚਲਾ ਜਾਏਗਾ। ਸਾਡੇ 'ਚ ਇੰਨੀ ਹਿੰਮਤ ਹੈਗੀ ਹੈ। ਪਰ ਬਾਅਦ ਦੀ ਜ਼ਿੰਦਗੀ 'ਚ ਇਹਨਾਂ ਨੇ ਮਤਲਬ ਕਿ ਥੋੜ੍ਹੇ ਮਾਯੂਸ ਹੋ ਗਏ ਕਿ ਉਸ ਤਰ੍ਹਾਂ ਦੇਸ਼ ਨੇ ਤਰੱਕੀ ਨਹੀਂ ਕਰ ਸਕਿਆ, ਡਿਊ ਟੂ ਜਿਹੜੀ ਲੋਕਾਂ ਨੂੰ ਪਤਾ ਹੈ ਵੀ ਜਿਹੜੀ ਕਰਪਸ਼ਨ ਆ ਗਈ ਪੋਲੀਟਿਕਸ 'ਚ, ਜਾਂ ਹੋਰ ਚੀਜ਼ਾਂ ਆ ਗਈਆਂ, ਕਮਿਊਨਲਿਜ਼ਮ ਆ ਗਿਆ, ਇਹ ਬੇਸਡ ਰਿਲੀਜਨ ਤੇ ਹੋਰ ਚੀਜ਼ਾਂ ਬੇਸ 'ਤੇ ਪੋਲੀਟਿਕਸ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਸਭ ਨੇ ਮਿਲ ਕੇ ਚਾਹੁੰਦੇ ਸੀ ਹਿੰਦੁਸਤਾਨ ਇੱਕ ਮੁੱਖ ਹੋ ਕੇ ਸਾਰਾ ਦੇਸ਼ ਬਣੇ। ਪਰ ਇਹ ਫਿਰ ਵੀ ਇਹ ਆਪਣੀ ਸੇਵਾ ਆਪਣੇ ਵੱਲੋਂ ਵੱਧ ਤੋਂ ਵੱਧ ਕਰਦੇ ਰਹੇ। ਇਹ ਜਿਹੜੇ ਕਿੰਨੇ ਹੀ ਹਸਪੀਟਲ ਤੇ ਸਕੂਲਾਂ ਦੇ ਵਿੱਚ ਇਹ ਮੈਨੇਜਮੈਂਟ ਤੇ ਸੀਗੇ, ਡੀਐਮਸੀ ਦੇ ਵਿੱਚ ਵੀ ਮੈਨੇਜਮੈਂਟ ਸੀ, ਦੀਵਾਨ ਹਸਪਤਾਲ ਦੇ ਸੰਸਥਾਪਕ ਸੀਗੇ, ਔਰ ਅਸੀਂ ਇਹਨਾਂ ਦੇ ਨਾਮ ਤੇ ਹਮੇਸ਼ਾ ਸੇਵਾ ਕਰਦੇ ਹਾਂ ਤੇ ਕਰਦੇ ਰਵਾਂਗੇ, ਕਿਉਂਕਿ ਇਹ ਉਹ ਨਜ਼ਾਰੇ ਹੈ। ਅਸੀਂ ਗੌਰਮੈਂਟ ਨੂੰ ਇਹ ਰਿਕੁਐਸਟ ਵੀ ਕੀਤੀ, ਸੀਐਮ ਸਾਹਿਬ ਨੂੰ ਚਿੱਠੀ ਵੀ ਲਿਖੀ ਸੀ, ਉਹਨਾਂ ਦਾ ਜਵਾਬ ਵੀ ਆਇਆ ਸੀ ਕਿ ਇਹੋ ਜਿਹੇ ਦੇਸ਼ ਭਗਤ ਲੋਕਾਂ ਦੀ ਆਉਣ ਵਾਲੀ ਪੀੜ੍ਹੀਆਂ ਦੀ ਯਾਦਗਾਰ ਦੇ ਲਈ ਕਿਸੇ ਸਕੂਲ ਦਾ ਜਾਂ ਸੜਕ ਦਾ ਨਾਮ ਇਹਨਾਂ ਦਾ ਨਾਮ ਕੀਤਾ ਜਾਵੇ। ਉਹ ਮੇਰਾ ਖਿਆਲ ਕਿਤੇ ਠੰਡੇ ਬਸਤੇ 'ਚ ਪੈ ਜਾਂਦਾ। ਅਗਰ ਮੇਰਾ ਇਹ ਚੀਜ਼ ਜਾਵੇ, ਅਗਰ ਇਹ ਸੋਚਣ ਕਿ ਦੇਸ਼ ਦੀ ਆਉਣ ਵਾਲੀ ਪੀੜ੍ਹੀਆਂ ਨੂੰ ਇਹੋ ਜਿਹੇ ਲੋਕ ਜਿਨ੍ਹਾਂ ਨੇ ਦੇਸ਼ 'ਤੇ ਆਪਣੀ ਜ਼ਿੰਦਗੀ ਬਾਲਤੀ ਉਹਨਾਂ ਦਾ ਨਾਮ ਆਉਣਾ ਚਾਹੀਦਾ। ਤੇ ਇਹ ਸੁਤੰਤਰਤਾ ਸੈਨਾਨੀ ਸਿਰਫ ਮੇਰੇ ਪਿਤਾ ਜੀ ਨਹੀਂ, ਬਾਕੀ ਵੀ ਜਿਹੜੇ ਉੱਘੇ ਸੁਤੰਤਰਤਾ ਸੈਨਾਨੀ ਹੈ ਉਹਨਾਂ ਦੀ ਪੂਰੀ ਕਹਾਣੀ ਆ। ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਨੇ ਕੀ ਲਿਖਿਆ, ਇਹ ਸਕੂਲਾਂ 'ਚ ਪੜ੍ਹਾਉਣਾ ਚਾਹੀਦਾ, ਔਰ ਇਹਨਾਂ ਦੀ ਫੋਟੋਆਂ ਲੱਗਣੀਆਂ ਚਾਹੀਦੀਆਂ ਹਰ ਸਕੂਲਾਂ ਦੇ ਵਿੱਚ, ਔਰ ਇਹਨਾਂ ਦੀ ਜ਼ਿੰਦਗੀਆਂ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ। ਇਹਨਾਂ ਦੇ ਨਾਮ ਤੇ ਸੜਕਾਂ ਤੇ ਸਕੂਲਾਂ ਕਾਲਜਾਂ ਦੇ ਨਾਮ ਹੋਣੇ ਚਾਹੀਦੇ ਆ। ਡਾਕਟਰ ਸਾਹਿਬ ਗੱਲ ਕਰਦੇ ਆ, ਤੁਹਾਡੇ ਫਾਦਰ ਫਰੀडम ਫਾਈਟਰ ਰਹਿ ਚੁੱਕੇ ਨੇ, ਕਿ ਇਹਨਾਂ ਦੇ ਨਾਲ ਹੋਰ ਵੀ ਪੰਜਾਬ ਦੇ ਵਿੱਚ ਜਿਹੜੇ ਸਾਥੀ ਸੀਗੇ ਉਹ ਵੀ ਤੁਹਾਨੂੰ ਮਿਲਦੇ ਨੇ ਅੱਗੇ? ਹਾਂਜੀ, ਇਹਨਾਂ ਦੇ ਨਾਲ ਜਦੋਂ ਆਪਣੀ ਜ਼ਿੰਦਗੀ 'ਚ ਇਹਨਾਂ ਨੇ ਫਰੀडम ਫਾਈਟਰਾਂ ਦੇ ਇਹ ਜਿਹੜੇ ਸੰਘ ਬਣਾਇਆ ਸੀਗਾ ਆਰਗੇਨਾਈਜੇਸ਼ਨ, ਉਹਨਾਂ ਦੇ ਸਾਰੇ ਰਾਸ਼ਟਰੀ ਸੰਮੇਲਨ ਕੀਤੇ ਸੀਗੇ। ਮੇਰਾ ਸੁਭਾਗ ਸੀਗਾ ਕਿ ਮੈਂ ਸੰਮੇਲਨਾਂ ਦੇ ਵਿੱਚ ਵੀ ਹਿੱਸਾ ਲਿੱਤਾ, ਕਿਉਂਕਿ ਜਿਹੜਾ ਸੁਤੰਤਰਤਾ ਸੈਨਾਨੀ ਉੱਤਰਾਧਿਕਾਰੀ ਸੰਘ ਹੈ ਉਹਦਾ ਵੀ ਮੈਂ ਹੁਣ ਜਨਰਲ ਸਕੱਤਰ, ਜਨਰਲ ਸੈਕਟਰੀ ਹਾਂ ਪੰਜਾਬ ਦਾ। ਇਹ ਸਾਰੇ ਕੰਟਰੀ ਦੇ ਸੀਗੇ। ਉਹ 'ਚ ਮੈਂ ਜਿਹੜੀ ਉਹਨਾਂ ਦੀਆਂ ਬਹੁਤ ਲੋਕਾਂ ਦੀਆਂ ਇੰਟਰਵਿਊ ਲਿੱਤੀਆਂ। ਉਹ ਦੇਖੋ ਉਸ ਟਾਈਮ ਅੰਗਰੇਜ਼ ਜਦੋਂ ਕਿਸੇ ਦੇ ਖਿਲਾਫ ਐਕਸ਼ਨ ਲੈਂਦਾ ਸੀਗਾ, ਉਹਦੀ ਦੁਕਾਨ ਤੇ ਮਕਾਨ ਦੋਨੋਂ ਬੰਦ ਕਰ ਦਿੰਦਾ ਸੀਗਾ। ਉਹ ਬੰਦੇ ਜਿਹੜੇ ਸੀਗੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਨੂੰ ਸ਼ਰਨ ਨਹੀਂ ਦਿੰਦੇ ਸੀ, ਉਹਦੇ ਪਰਿਵਾਰ ਨੂੰ। ਉਹ ਵਿਚਾਰੇ ਬਰਤਨ ਮਾਂਜ ਕੇ, ਮੈਨੂੰ ਇਹ ਸੈਂਕੜਾਂ ਲੋਕਾਂ ਤੋਂ ਗੱਲ ਪਤਾ ਚੱਲੀ, ਉਹਨਾਂ ਦੇ ਪਰਿਵਾਰ ਰੁੱਲ ਜਾਂਦੇ ਸੀਗੇ, ਦੁਕਾਨ ਬੰਦ ਹੋ ਜਾਂਦੀ ਸੀ, ਇਨਕਮ ਬੰਦ ਹੋ ਜਾਂਦੀ, ਮਕਾਨ ਤੇ ਤਾਲਾ ਲੱਗਿਆ ਹੁੰਦਾ ਸੀਗਾ, ਤੇ ਉਹ ਇੱਧਰ ਬਰਤਨ ਮਾਂਜ ਕੇ ਹੋਰ ਛੋਟੇ-ਮੋਟੇ ਕੰਮ ਕਰਕੇ ਆਪਣੀ ਜੀਵਨੀ ਚਲਾਉਂਦੇ ਆ। ਇੱਥੇ ਵੀ ਉਹਨਾਂ ਨੇ ਦੱਸਿਆ ਸੀਗਾ, ਕਈਆਂ ਨੂੰ ਤਾਂ ਪਿਤਾ ਜੀ ਨੇ ਤੇ ਮੇਰੇ ਦਾਦਾ ਜੀ ਨੇ ਆਪਣੇ ਘਰ ਵੀ ਰੱਖਿਆ। ਉਹਨਾਂ ਦੇ ਲੁਧਿਆਣੇ ਦੇ ਵੀ ਉੱਘੇ ਬੰਦੇ ਸੀਗੇ, ਡਾਕਟਰ ਕਾਲੀ ਚਰਨ ਦੀ ਜੇਲ੍ਹ ਹੋ ਗਈ ਸੀਗੀ, ਉਹਨਾਂ ਦੀ ਬੇਟੀ ਵੀ ਕੁਛ ਦੇਰ ਘਰ ਰਹੀ ਸੀ ਇਹਨਾਂ ਦੇ। ਇਸ ਤਰ੍ਹਾਂ ਮਤਲਬ ਮੈਂ ਨਾਮ ਇਸ ਕਰਕੇ ਦੱਸ ਰਿਹਾ ਤਾਂ ਕਿ ਮੈਂ ਗੱਲ ਦੱਸਾਂ ਵੀ ਇਹ ਸੱਚਾਈ ਤੱਥ ਹੈ ਕਿ ਇਹ ਆਜ਼ਾਦੀ ਇਸ ਤਰ੍ਹਾਂ ਨਹੀਂ ਮਿਲੀ, ਬੜੀ ਮੁਸ਼ਕਲ। ਡਾਕਟਰ ਸਾਹਿਬ ਗੱਲ ਕਰਦੇ ਹਾਂ, ਜਿਸ ਹਿਸਾਬ ਨਾਲ ਇੰਦਰਾ ਗਾਂਧੀ ਸੀਗੇ ਉਹਨਾਂ ਨੇ ਵੀ ਆ ਕੇ ਸਨਮਾਨਿਤ ਕੀਤਾ ਗਿਆ ਸੀ, ਦਿੱਲੀ ਦੇ ਵਿੱਚ ਰਹਿ ਗਏ ਨੇ, ਕਾਫੀ ਕਲੋਜ਼ ਰਹੇ ਨੇ, ਤੇ ਉੱਥੇ ਵੀ ਸਨਮਾਨਿਤ ਕੀਤਾ ਗਿਆ ਸੀਗਾ। ਕਿਸ ਤਰ੍ਹਾਂ ਉਸ ਵੇਲੇ ਮਹਿਸੂਸ ਕਰਦੇ ਸੀਗੇ, ਤੁਹਾਨੂੰ ਗਰਵ ਹੁੰਦਾ ਸੀ ਉਸ ਟਾਈਮ? ਇਹ ਸੀਗਾ ਕਿ ਇਹਨਾਂ ਨੂੰ ਮਤਲਬ ਕਿ ਚਾਹੇ ਕੋਈ ਵੀ ਸੀਗਾ, ਗਿਆਨੀ ਜੈਲ ਸਿੰਘ ਜੀ ਸੀਗੇ, ਕੈਰੋਂ ਸੀਗੇ, ਇੰਦਰਾ ਗਾਂਧੀ ਸੀਗੀ, ਜਿਹੜੇ ਚੀਫ ਮਿਨਿਸਟਰ ਸੀਗੇ ਦਰਬਾਰਾ ਸਿੰਘ ਸੀਗੇ, ਗੁਰਦਿਆਲ ਸਿੰਘ ਢਿੱਲੋਂ ਸੀਗੇ, ਇਹਨਾਂ ਦੇ ਬੜੇ ਕਲੋਜ਼ ਸੀਗੇ। ਬਿਆਨ ਸਿੰਘ ਜੀ ਕਲੋਜ਼ ਸੀਗੇ, ਸਾਡੇ ਘਰ ਵੀ ਆਉਂਦੇ ਜਾਂਦੇ ਰਹਿੰਦੇ ਸੀ, ਅਸੀਂ ਵੀ ਇਹਨਾਂ ਕੋਲ ਜਾਂਦੇ ਰਹਿੰਦੇ ਸੀਗੇ ਮਿਲਣ ਜਾਂਦੇ। ਪਰ ਇਹਨਾਂ ਦਾ ਇਹ ਸੀਗਾ ਕਿ ਮੈਂ ਇਸ ਚੀਜ਼ ਤੋਂ ਕੋਈ ਫਾਇਦਾ ਨਹੀਂ ਲੈਣਾ। ਇਹ ਜਿਹੜੀ ਪੋਲੀਟਿਕਸ ਹੈ ਜਿਹੜੀ ਇਹ ਸਿਰਫ ਦੇਸ਼ ਨੂੰ ਸਮਰਪਿਤ ਹੈ, ਸਮਾਜ ਨੂੰ ਸਮਰਪਿਤ ਹੈ। ਇਹਨਾਂ ਤੋਂ ਕੋਈ ਪਰਸਨਲ ਫਾਇਦਾ ਨਹੀਂ ਲੈਣਾ, ਕਿਉਂਕਿ ਅਸੀਂ ਇਹ ਇਸ ਲਈ ਨਹੀਂ ਗਏ ਸੀਗੇ। ਅਸੀਂ ਇਹ ਕਹਿੰਦੇ ਸੀ, ਅਸੀਂ ਉਸ ਟਾਈਮ ਇਹ ਸੁਤੰਤਰਤਾ ਸੈਨਾਨੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਟਾਈਮ ਕੁਝ ਉਮੀਦ ਨਹੀਂ ਸੀ ਕਿ ਦੇਸ਼ ਆਜ਼ਾਦ ਹੋ ਜਾਏਗਾ। ਅਸੀਂ ਉਹ ਤਿਆਰ ਸੀਗੇ ਕਿ ਸਾਨੂੰ ਜੇਲ੍ਹਾਂ 'ਚ ਹੀ ਸੜ ਮਰ ਜਾਵਾਂਗੇ ਜਾਂ ਸਾਨੂੰ ਫਾਂਸੀ ਲਗਾ ਦੇਣਗੇ ਜਾਂ ਕੁਝ ਵੀ ਕਰਨਗੇ। ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਹੋਣੀਆਂ, ਕਿਉਂਕਿ ਅਸੀਂ ਦੇਖਿਆ ਇਹ ਸੀਗਾ ਦੀਵਾਨ ਸਾਹਿਬ ਤੁਹਾਡੇ ਨਾਲ ਕਾਫੀ ਪਿਆਰ ਵੀ ਸੀਗਾ, ਕਿਉਂਕਿ ਤੁਹਾਡੇ ਨਾਲ ਪਿਆਰ ਵੀ ਕਰਦੇ ਸੀ ਪਰਿਵਾਰ ਦੇ, ਆਪਣਾ ਬਾਹਰ ਦਾ ਟਾਈਮ ਦਿੰਦੇ ਨੇ, ਨਾਲ ਪਰਿਵਾਰ ਨੂੰ ਵੀ ਪੂਰਾ ਸੰਭਾਲ ਰੱਖੀ ਆ, ਤੇ ਕਿਤੇ ਨਾ ਕਿਤੇ ਯਾਦ ਉਹਨਾਂ ਦੀਆਂ ਯਾਦਾਂ ਦੀਆਂ ਗੱਲਾਂ ਜਿਹੜੀਆਂ ਹੁਣ ਵੀ ਤੁਸੀਂ ਯਾਦ ਕਰਦੇ ਹੋ? ਹਾਂ, ਇੱਕ ਤਾਂ ਇਹ ਮਤਲਬ ਕਿ ਇਹਨਾਂ ਦਾ ਪੱਕੇ ਵਿਚਾਰਾਂ ਦੇ ਸੀਗੇ ਕਿ ਅਸੀਂ ਮਤਲਬ ਕਿ ਕਿਸੇ ਗਲਤ ਪੈਸੇ ਨੂੰ ਹੱਥ ਨਹੀਂ ਲਾਣਾ, ਅਸੀਂ ਖੱਦਰ ਹੀ ਪਾ ਕੇ ਰੱਖਣੀ, ਅਸੀਂ ਸਾਦਾ ਜੀਵਨ ਬਿਤਾਉਣਾ, ਅਸੀਂ ਬਹੁਤੀ ਕਮਾਈ ਨਹੀਂ ਕਰਨੀ,
ਅਸੀਂ ਜਿਹੜੇ ਹੈਗੇ ਆ, ਜੋ ਵੀ ਦੇਸ਼ ਹੈ ਜਿਹੜਾ ਇਹਨਾਂ ਕੋਲ ਕੋਈ ਵੀ ਆਦਮੀ ਆਉਂਦਾ ਸੀ, ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਰਿਲੀਜਨ ਦਾ ਹੋਵੇ, ਮੈਂ ਕਿਹਾ ਜੀ ਇੱਥੇ ਈਵਨ ਉਸਮਾਨ ਅਲੀ ਖਾਨ ਹੈਗੇ ਆ, ਇੱਥੇ ਉਹਨਾਂ ਦੇ ਫਾਦਰ ਰਹਿਮਾਨ ਜੀ ਸੀਗੇ, ਉਹਨਾਂ ਨੇ ਕਿਤਾਬ ਛਾਪੀ ਹੈ, ਉਹਨਾਂ 'ਚ ਲਿਖਿਆ ਵੀ ਕਿਸ ਤਰ੍ਹਾਂ ਜਿਹੜੇ ਸੀਗੇ ਜਦੋਂ ਪਾਰਟੀਸ਼ਨ ਹੋਈ ਉਸ ਤਰ੍ਹਾਂ ਇਹਨਾਂ ਨੂੰ ਕਈ ਮੁਸਲਮਾਨਾਂ ਨੂੰ ਜਿਹੜੇ ਉਹਨਾਂ ਨੂੰ ਜਾਨਾਂ ਬਚਾ ਕੇ ਇਹਨਾਂ ਨੇ ਛੱਡ ਕੇ ਆਏ। यानी इंसानियत नाते चाहते ਸੀਗੇ कि इंसान का इंसान से हो भाईचारा यही पैगाम हमारा। तो ये भी ਇਹਨਾਂ ਨੂੰ ਦੁੱਖ ਹੁੰਦਾ ਸੀਗਾ ਕਿ ਆਪਸ ਦੇ ਵਿੱਚ ਜਿਹੜਾ ਹੈਗਾ ਜੋ ਵੀ ਟੈਰਰਿਜ਼ਮ ਆਉਂਦਾ ਕਦੀ ਜਾਂ ਕਦੀ ਕੁਛ ਆਉਂਦਾ ਜਾਂ ਪਾਕਿਸਤਾਨ ਅਲੱਗ ਹੋ ਗਿਆ, ਇਹਨਾਂ ਨੂੰ ਇਹ ਚੀਜ਼ਾਂ ਦਾ ਬੜਾ ਦੁੱਖ ਹੁੰਦਾ ਸੀਗਾ। ਇਹਨਾਂ ਦਾ ਮੇਨ ਸੁਪਨਾ ਇਹ ਹੁੰਦਾ ਸੀਗਾ ਜਿਹੜਾ ਕਿ ਇਹ ਕਾਫੀ ਹੱਦ ਤੱਕ ਮਹਿਸੂਸ ਬਾਅਦ ਚ ਕਰਦੇ ਸੀਗੇ ਕਿ ਪੂਰੀ ਤਰ੍ਹਾਂ ਪੂਰਾ ਨਹੀਂ ਹੋ ਸਕਿਆ ਕਿ ਸਾਡਾ ਦੇਸ਼ ਪੂਰੀ ਤਰ੍ਹਾਂ ਹਰ ਬੰਦਾ ਇੱਥੇ ਦਾ ਜਿਵੇਂ ਕਿ ਖੁਸ਼ਹਾਲ ਹੋਵੇ, हर एक बंदे कोल अच्छी सेहत होवे, नौकरी होवे, अमीर होवे, जिस तरह बाकी विदेश जिहड़ा साडे ते करदा सीगा, राज करदा सीगा, वो विदेश तो असीं अगे निकलीए, साडे तो चीन पिछे निकल गया। ਇਹ ਚੀਜ਼ਾਂ ਤੇ ਇਹਨਾਂ ਨੂੰ ਦੁੱਖ ਰਹਿੰਦਾ ਸੀਗਾ। ਜਿੱਦਾਂ ਫਾਦਰ ਤੁਹਾਡੇ ਸੀਗੇ ਉਸ ਹਿਸਾਬ ਨਾਲ ਤੁਸੀਂ ਵੀ ਰਾਜਨੀਤੀ 'ਚ ਆਉਣਾ ਚਾਹੁੰਦੇ ਸੀਗੇ ਜਾਂ ਮਤਲਬ ਪਰਿਵਾਰ ਦਾ ਕੋਈ ਐਸਾ ਸਦੱਸਿਆ ਜਿਹੜਾ ਕਿ ਰਾਜਨੀਤੀ 'ਚ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ? ਦੇਖੋ ਦਿਲ ਦੀ ਗੱਲ ਜਿਹੜੀ ਨਾ, ਮੈਂ ਦਿਲ ਤੋਂ ਬੋਲਦਾ ਕਿ ਰਾਜਨੀਤੀ ਜਦੋਂ ਕਿ ਰਾਜਨੀਤੀ ਹੋਈ, ਜਦੋਂ ਕਿ ਇਹ ਮਤਲਬ ਕਿ ਆਜ਼ਾਦੀ ਹੋਈ, ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਸਭ ਕੁਝ ਹੁੰਦੇ ਹੋਏ ਵੀ ਸਾਡੇ ਪ੍ਰਾਈਮ ਮਿਨਿਸਟਰ ਸਭ ਨੂੰ ਪਤਾ ਸੀਗਾ ਕਿ ਸਕੂਟਰ ਕਾਰ ਬਲੈਕ 'ਚ ਜਾ ਰਹੇ ਹੈ, ਕੈਰੋਸੀਨ ਚੀਨੀ ਬਲੈਕ 'ਚ ਜਾ ਰਹੀ ਹੈ, ਹਾਂਜੀ, ਅਤੇ ਬਾਕੀ ਚੀਜ਼ਾਂ ਆ ਫੈਕਟਰੀਆਂ ਦੇ ਲਾਇਸੈਂਸ ਬਲੈਕ 'ਚ ਜਾ ਰਹੇ। ਪਿਤਾ ਜੀ ਹੁੰਦੇ ਸੀਗੇ ਇੱਥੇ ਕਾਂਗਰਸ ਦੇ ਆਫਿਸ ਦੇ ਵਿੱਚ, ਲੋਕ ਕਹਿੰਦੇ ਆ ਮੇਰੇ ਕੋਲ ਆਉਂਦੇ ਹੁੰਦੇ ਸੀਗੇ ਕਿ ਸਾਨੂੰ ਦੀਵਾਨ ਸਾਹਿਬ ਕੋਟਾ ਲਗਾ ਦਿਓ ਅਤੇ ਲਗਵਾ ਦਿਓ, ਅਤੇ ਮੈਂ ਪੁੱਛਦਾ ਸੀ ਫੈਕਟਰੀ ਕਿੱਥੇ ਵਿਜ਼ਿਟ ਕਰਾਓ, ਕਹਿੰਦੇ ਸੀ ਜੀ ਕੋਟਾ ਲਗਵਾ ਦਿਓ, ਸਾਨੂੰ ਫਾਇਦਾ ਹੋਏਗਾ ਜੀ 10 ਲੱਖ ਦਾ, ਤੁਸੀਂ ਵਿੱਚੋਂ ਲੈ ਲਓ। ਕਹਿੰਦੇ ਬਾਬਾ ਇਹ ਮਾफ़ ਕਰੋ, ਅਸੀਂ ਸੁਤੰਤਰਤਾ ਸੈਨਾਨੀ ਹੈ, ਫੈਕਟਰੀ ਲਗਾਓ ਤੁਹਾਨੂੰ ਕੋਟਾ ਲਵਾ ਦੇਣਾ। ਔਰ ਬਾਕੀ ਇੱਥੇ ਦੇ ਲੋਕਲ ਨੇਤਾ, ਮੈਂ ਨਾਮ ਨਹੀਂ ਲਊਂਗਾ, ਉਹ ਕੋਟੇ ਲਗਵਾ ਕੇ ਵਿੱਚੋਂ ਹਿੱਸਾ ਪੱਤੀ ਰੱਖ ਕੇ ਕਿਤੇ ਅੱਗੇ ਨਿਕਲ ਗਏ। ਅਤੇ ਇਹ ਚੀਜ਼ ਜਿਹੜੇ ਸੀਗੇ, ਇਸ ਕਰਕੇ ਰਾਜਨੀਤੀ ਦੇ ਵਿੱਚ ਜਿਹੜਾ ਪੈਸਾ, ਇਸ ਕਰਕੇ ਮੈਨੂੰ ਪਰਸਨਲੀ ਇਸ ਤਰ੍ਹਾਂ ਕਿ ਪੈਸਾ ਕਰੋ, ਇਹ ਪੋਲੀਟਿਕਸ ਕਰੋ, ਨੀਚੇ ਕਰੋ, ਇਹਨੂੰ ਉੱਪਰ ਕਰੋ, ਇਹ ਤੋਂ ਪੈਸਾ ਲੈ ਲਓ, ਇਹ ਸਾਡੀਆਂ ਭੇਡਾਂ, ਸਾਡੀਆਂ ਮੱਛੀਆਂ, ਜਨਤਾ, ਮੈਨੂੰ ਇਹ ਗੱਲਾਂ ਪਸੰਦ ਨਹੀਂ ਸੀਗੀਆਂ। ਇਸ ਕਰਕੇ ਮੈਂ ਡਾਕਟਰੀ ਲਾਈਨ ਚੁਣੀ ਔਰ ਮੈਂ ਇਹਦੇ 'ਚ ਹੀ ਸੇਵਾ ਕਰਦਾ ਰਿਹਾ ਔਰ ਇਹ 'ਚ ਹੀ ਸੇਵਾ ਕਰਨਾ ਚਾਹੂੰਗਾ, ਕਿਉਂਕਿ ਮੈਂ ਤੋਂ ਇਹ ਜਿਹੜੀ ਰਾਜਨੀਤੀ ਜਿਹੜੀ ਹੈਗੀ ਹੈ ਜਿਹਦੇ ਵਿੱਚ ਪੈਸਾ ਔਰ ਕਰਪਸ਼ਨ ਔਰ ਪਾਵਰ ਪੋਲੀਟਿਕਸ ਇਨਵੋਲਡ ਹੈ, ਇੱਕ ਦੂਜੇ ਨੂੰ ਧੱਕੇ ਮੁੱਕੇ ਕਰਕੇ ਅੱਗੇ ਆਉਣਾ, ਤੋ ਜਿਹੜੇ ਕਿ ਤੁਸੀਂ ਜਾਣਦੇ ਹੋ ਹਰ ਇੱਕ ਪਾਰਟੀ 'ਚ ਹੁੰਦੇ ਆ, ਔਰ ਇਹ ਮੈਂ ਇਹਦੇ ਵਿੱਚ ਮੇਰੇ ਬਸ ਦਾ ਨਹੀਂ ਹੈ। ਚਾਹ ਪਾਣ ਜਿਹੜੇ ਤੁਸੀਂ ਦੇਖਿਆ ਹੈਗਾ ਕਿ ਤੁਸੀਂ ਖੁਦ ਆਪ ਤਿਰੰਗਾ ਲਗਾ ਕੇ ਇਸ ਟਾਈਮ 'ਤੇ ਖੜੇ ਹੋਏ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਦੇਖੋ ਮੈਂ ਬਾਹਰਲੇ ਮੁਲਕਾਂ 'ਚ ਵੀ ਕੰਮ ਕੀਤਾ ਹੈਗਾ, ਮੈਂ ਲੀਬੀਆ 'ਚ ਵੀ ਕੰਮ ਕੀਤਾ, ਬਾਹਰਲੇ ਮੁਲਕਾਂ 'ਚ ਵੀ ਗਿਆ, ਪਰ ਜਿਹੜੀ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਅਸਥੀਆਂ, ਜਿਹੜੀ ਉਹਨਾਂ ਦੀ ਰਾਖ ਹੈ, ਉਹ ਸਾਡੀ ਇਸ ਮਿੱਟੀ 'ਚ ਹੈ। ਇਹ ਧਰਤੀ ਸਾਡੀ ਮਾਂ ਹੈ, ਇਹ ਦੇਸ਼ ਸਾਡਾ ਦੇਸ਼ ਹੈ, ਇਹ ਤਿਰੰਗਾ ਸਾਡੀ ਸ਼ਾਨ ਹੈ, ਇਹਦੇ ਲਈ ਅਸੀਂ ਜਾਨ ਦੇ ਸਕਦੇ ਹਾਂ। 26 ਜਨਵਰੀ ਆ ਰਹੀ ਹੈ, 26 ਜਨਵਰੀ ਵਿੱਚ ਪਹਿਲਾਂ ਵੀ 26 ਜਨਵਰੀ ਆਈ ਆ, ਅਤੇ ਉਸ ਸਮੇਂ ਤੁਹਾਨੂੰ ਕਿਸ ਤਰ੍ਹਾਂ ਮਤਲਬ ਕੋਈ ਇਨਵਾਈਟ ਕਰਦੇ ਨੇ ਜਾਂ ਇੱਥੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਬੁਲਾਇਆ ਜਾਂਦਾ ਸੀਗਾ? ਇਹ ਮਤਲਬ ਕਿ ਕਦੀ ਕਦੀ ਬੁਲਾਉਂਦੇ ਹੈ। ਪਿਛਲੀ ਵਾਰ ਜਿਹੜੇ ਸਾਡੇ ਆਪਣੇ ਹੁਣ ਚੀਫ ਮਿਨਿਸਟਰ ਸਾਹਿਬ ਹੈਗੇ, ਇਹਨਾਂ ਨੇ ਵੱਲੋਂ ਸਨਮਾਨਿਤ ਕੀਤਾ ਗਿਆ ਸੀਗਾ ਆਪਣੇ ਮਾਨ ਸਾਹਿਬ ਜਿਹੜੇ ਹੈਗੇ, ਅਤੇ ਇੱਥੇ ਪ੍ਰੋਗਰਾਮ ਦੇ ਵਿੱਚ। ਪਰ ਸਾਨੂੰ ਸਨਮਾਨ ਦੀ ਜ਼ਰੂਰਤ ਨਹੀਂ ਹੈ, ਸਾਨੂੰ ਜ਼ਰੂਰਤ ਇਸ ਚੀਜ਼ ਦੀ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਜਾਂ ਕੋਈ ਵੀ ਪ੍ਰਧਾਨ ਮੰਤਰੀ ਜੀ ਹੈ, ਇਹ ਸਾਡੇ ਜਿਸ ਜ਼ਿੰਮੇਵਾਰੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਿੱਤੀ ਹੈ, ਇਲੈਕਸ਼ਨ ਲੜੇ ਹੈ, ਅਤੇ ਉਹ ਜ਼ਿੰਮੇਵਾਰੀਆਂ ਨਿਭਾਉਣ ਅਤੇ ਸਾਡੇ ਦੇਸ਼ ਨੂੰ ਅੱਗੇ ਲੈ ਜਾਣ, ਉਹਦੇ ਨਾਲ ਅਸੀਂ ਆਪੇ ਅੱਗੇ ਹੋ ਜਾਵਾਂਗੇ। ਸਾਨੂੰ ਸਨਮਾਨ ਕਰਨ ਦੀ ਜ਼ਰੂਰਤ ਨਹੀਂ ਹੈ, ਦੇਸ਼ ਦਾ ਸਨਮਾਨ ਕਰਨ, ਦੇਸ਼ ਦੀ ਜਨਤਾ ਦਾ ਸਨਮਾਨ ਕਰਨ, ਆਪਣੀ ਡਿਊਟੀ ਦਾ ਸਨਮਾਨ ਕਰਨ। ਜੈ ਹਿੰਦ। ਇੱਕ ਮੇਰਾ ਕੁਐਸਚਨ ਹੈਗਾ, ਲਾਸਟ ਕੁਐਸਚਨ ਹੈ, ਜਿਹੜਾ ਕਿ ਇਸ ਵੇਲੇ ਰਾਜਨੀਤੀ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਦੇਖਿਆ ਗਿਆ ਕਿ ਭ੍ਰਿਸ਼ਟਾਚਾਰ ਪੰਜਾਬ ਔਰ ਕੀ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਆ ਉਹ ਸ਼ਹੀਦ ਹੋਏ ਨੇ, ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ, ਪਰ ਜਿਹੜਾ ਇਸ ਟਾਈਮ ਤੇ ਦੇਸ਼ ਕਿੱਧਰ ਜਾ ਰਿਹਾ ਹੈਗਾ, ਨਸ਼ੇ ਦਾ ਦਲਦਲ ਦੇ ਵਿੱਚ ਧਸ ਗਿਆ ਔਰ ਇਹਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਕਹਿ ਸਕਦੇ ਹਾਂ, ਤੇ ਇਸ ਵੇਲੇ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਦੇਸ਼ ਦੇ ਵਿੱਚ ਸਾਡੇ ਜਿਹੜੇ ਇਮਾਨਦਾਰ ਔਰ ਮਿਹਨਤਕਸ਼ ਲੋਕ ਹੈਗੇ, ਇਹ ਉਹਨਾਂ ਦੇ ਸਿਰ 'ਤੇ ਦੇਸ਼ ਟਿਕਿਆ ਹੋਇਆ। ਸਾਡੇ ਫੌਜੀ ਬਾਰਡਰ 'ਤੇ ਬਰਫਾਂ ਦੇ ਵਿੱਚ, ਰੇਗਿਸਤਾਨ ਦੇ ਵਿੱਚ, ਸਮੁੰਦਰ ਦੇ ਵਿੱਚ, ਪਣਡੁੱਬੀਆਂ 'ਚ ਹੈਗੇ। ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਮਿਹਨਤ, ਟੈਲੈਂਟ, ਪੜ੍ਹਾਈ ਲਿਖਾਈ ਦੀ ਕਮੀ ਨਹੀਂ ਹੈ।
ਸਿਰਫ ਆਰਗੇਨਾਈਜੇਸ਼ਨ ਦੀ ਕਮੀ ਹੈ ਔਰ ਇਹ ਇੰਟਰਨੈਸ਼ਨਲ ਕੰਪੀਟੀਸ਼ਨ ਹੈ। ਇਹਦੇ ਲਈ ਸਰਕਾਰਾਂ ਨੂੰ ਹੀ ਕੁਝ ਕਰਨਾ ਪਏਗਾ। ਜਿਵੇਂ ਚੀਨ ਦੇ ਲੋਕ ਹੈ, ਉਹ ਹਰ ਥਾਂ ਤੇ ਮਤਲਬ ਕਿ ਚੀਨੀ ਉੱਥੇ ਫੀਡ ਕਰਦੇ ਆ ਵੀ ਇੱਥੇ ਇਹ ਚੀਜ਼ ਚਾਹੀਦੀ ਹੈ ਤੇ ਉਹ ਚੀਜ਼ ਬਣਾ ਕੇ ਭੇਜਦੇ ਆ। ਇਹ ਜਦ ਤੱਕ ਸਰਕਾਰਾਂ ਇਸ ਚੀਜ਼ ਨੂੰ, ਇੱਥੇ ਦੀ ਇੰਡਸਟਰੀ ਨੂੰ ਨਹੀਂ ਦੇਖਦੀ ਕਿ ਬਾਕੀ ਕੰਟਰੀ ਨੂੰ ਅਸੀਂ ਕਿਹੜੀ ਚੀਜ਼ ਐਕਸਪੋਰਟ ਕਰੀਏ, ਹਰ ਚੀਜ਼ ਹਿੰਦੁਸਤਾਨ 'ਚ ਬਣੇ। ਅੱਜ ਜਾਪਾਨ ਦੇ ਕੈਮਰਿਆਂ ਤੋਂ ਵਧੀਆ ਕੈਮਰੇ ਕਿਉਂ ਨਹੀਂ ਬਣਾ ਸਕਦੇ? ਅਸੀਂ ਦੁਨੀਆ ਦੀ ਸਭ ਤੋਂ ਵਧੀਆ ਚੀਜ਼ਾਂ ਬਣਾ ਸਕਦੇ ਹਾਂ। ਸਾਡੇ ਕੋਲ ਦੁਨੀਆ ਦੀ ਪੜ੍ਹਾਈ ਲਿਖਾਈ ਹੈ, ਸਾਡੇ ਕੋਲ ਦੁਨੀਆ ਦੇ ਸਭ ਤੋਂ ਵਧੀਆ ਡਾਕਟਰ ਹੈ, ਹਸਪਤਾਲ ਬਣਾ ਸਕਦੇ ਹਾਂ। ਪਰ ਇੱਥੇ ਥੋੜ੍ਹਾ ਜਿਹਾ ਐਡਮਿਨਿਸਟ੍ਰੇਸ਼ਨ ਸਹੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਪੋਰਟ ਕਰੀਏ। ਇੱਥੇ ਦੀ ਲੋਕਾਂ ਨੂੰ ਟੈਕਸੇਸ਼ਨ ਘਟਾਈਏ। ਦਵਾਈਆਂ 'ਤੇ ਅਸੀਂ ਕਈ ਵਾਰ ਮੋਸੀਨਾ ਕਦਵਾਈ ਤੇ ਦਰਬਾਰਾ ਸਿੰਘ ਜੀ ਨਾਲ ਮੈਂ ਮਿਲਿਆ ਤੇ ਮੈਂ ਮੋਸੀਨਾ ਕਦਵਾਈ ਜੀ ਨੂੰ ਪੁੱਛਿਆ, ਸੱਚੀ ਗੱਲ ਦੱਸਦਾ ਮੈਂ ਕਿਹਾ ਮੈਡਮ ਇਹ ਜਿਹੜੀ ਇਹ ਸ਼ਰਾਬ ਹੈ ਦਵਾਈਆਂ, ਕਹਿੰਦੇ ਕੀ ਮਤਲਬ ਤੁਹਾਡਾ? ਮੈਂ ਕਿਹਾ ਇਹਨਾਂ 'ਤੇ ਟੈਕਸ ਦਵਾਈਆਂ 'ਤੇ ਲਾ ਰੱਖੇ ਹੈ। ਕਈ ਕੰਟਰੀ, ਇੰਗਲੈਂਡ ਆ ਜਿਹੜਾ ਸਾਡੇ ਨੂੰ ਰਾਜ ਕਰਦਾ ਸੀਗਾ, ਕੈਨੇਡਾ, ਹੋਰ ਕੰਟਰੀ ਬਹੁਤ ਹੈਗੇ ਜਿਨ੍ਹਾਂ ਦੇ ਮੁਫਤ ਇਲਾਜ ਹੁੰਦਾ, ਦਵਾਈਆਂ ਹੀ ਮੁਫਤ ਦਿੰਦੇ ਆ। ਤੇ ਤੁਸੀਂ ਦਵਾਈਆਂ 'ਤੇ ਯਾਨੀ ਕਿਸੇ ਨੂੰ ਸਿਰ ਦਰਦ ਹੋਵੇ ਪਹਿਲਾਂ ਦਵਾਈ ਟੈਕਸ ਦੇਵੇ ਫਿਰ ਦਵਾਈ ਲਵੇ। ਵੀ ਇਹ ਤੁਸੀਂ ਦਵਾਈਆਂ 'ਤੇ ਟੈਕਸ ਕਹਿੰਦੇ। ਉਹਨਾਂ ਨੇ ਸੋਚਿਆ ਕਿ ਮੈਂ ਸ਼ਾਇਦ ਮੈਂਬਰ ਪਾਰਲੀਮੈਂਟ ਹੈ, ਕਿਉਂਕਿ ਉਹ ਦਰਬਾਰਾ ਸਿੰਘ ਜੀ ਮੈਨੂੰ ਆਪਣੇ ਨਾਲ ਲੈ ਗਏ ਸੀਗੇ ਤੇ ਉਹ ਮੈਂ ਕਹਿੰਦੇ ਪਾਰਲੀਮੈਂਟ ਮੈਂ ਆਪ ਕੁਐਸਚਨ ਉਠਾਉਣਾ। ਮੈਂ ਕਿਹਾ ਮੈਡਮ ਤੁਸੀਂ ਹੈਲਥ ਮਿਨਿਸਟਰ ਹੋ, ਇਹ ਤੁਹਾਨੂੰ ਪੁੱਛ ਰਹੇ ਆ। ਤੇ ਫਿਰ ਕਹਿੰਦੇ ਮੈਂ ਕੁਛ नहीं कर सकती। मैं कहा मैडम ये तो कोई गल नहीं बनी। मैं सच्ची गल दसदा, मैं उन्होंने कहा मैडम ये टेस्ट तो जजिया से भी ख़राब है। कहते कैसे? मैं क्या वो सिर्फ नॉन मुस्लिम ये था, ये तो आपने मुस्लिम से भी लगा रखा है। तो ये मतलब कि हिंदुस्तान में कुछ एडजस्टमेंट करनी पड़ेगी ताकि हिंदुस्तान के लोग, यहाँ की इंडस्ट्री, यहाँ का बिजनेस, यहाँ की पढ़ाई लिखाई, यहाँ की हेल्थ इंडस्ट्री तरक्की कर सके। उसको गवर्नमेंट को एक्सप्लॉइट करने की जगह सपोर्ट करना चाहिए ताकि हम दुनिया में आगे जा सकें। ਅੱਜ ਤੁਹਾਡੇ ਵੱਲੋਂ, ਤੁਹਾਡੇ ਸਟਾਫ ਵੱਲੋਂ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ, 26 ਜਨਵਰੀ ਨੂੰ ਯਾਦ ਕੀਤਾ ਗਿਆ ਹੈਗਾ, ਕੀ ਕਹਿਣਾ ਚਾਹੁੰਦੇ? ਇਹ ਦੇਖੋ, ਅਸੀਂ ਇਸ ਤੋਂ ਇਲਾਵਾ ਹੁਣ ਉਹਨਾਂ ਦੀ ਯਾਦਾਂ ਜਿਹੜੀਆਂ ਸਾਡੇ ਦਿਲਾਂ 'ਚ ਹੈ, ਅਗਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਸਾਡੀਆਂ ਕੁਝ ਇਮੋਸ਼ਨਲ ਵੀ ਵਿੱਚ ਅਸੀਂ ਹੋ ਰਹੇ ਹਾਂ। ਇਹ ਯਾਦਾਂ ਅਗਰ ਅੱਜ ਤੱਕ ਦੀ ਪੀੜ੍ਹੀ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਹੈਗੀਆਂ। ਤੇ ਇਹ ਮੈਂ ਤਾਂ ਇਹੀ ਕਹੂੰਗਾ ਕਿ ਯਾਦਾਂ ਵਿੱਚ ਮਹਾਤਮਾ ਗਾਂਧੀ ਜੀ ਨੇ ਕੀ ਕਿਹਾ, ਹੋਰ ਸਤਿਗੁਰੂ ਗੁਰੂ ਗੋਖਲੇ ਜੀ ਨੇ ਕੀ ਕਿਹਾ, ਠੀਕ ਹੈ, ਤੇ ਭਗਤ ਸਿੰਘ ਜੀ ਨੇ ਕੀ ਕਿਹਾ, ਕੀ ਲਿਖਿਆ, ਇਹ ਜ਼ਰੂਰ ਸਾਡੇ ਕਿਤਾਬਾਂ ਸਕੂਲ ਦੇ ਕਰੀਕੁਲਮ ਦੇ ਵਿੱਚ ਆਉਣਾ ਚਾਹੀਦਾ ਹੈ। ਇਹਨਾਂ 'ਤੇ ਪੀਰੀਅਡ ਦੇ ਵਿੱਚ ਪੜ੍ਹਾਉਣਾ ਚਾਹੀਦਾ ਹੈ, ਬਜਾਏ ਕਿ ਸਿਰਫ ਤੁਸੀਂ ਇਹੀ ਪੜ੍ਹਾਉਂਦੇ ਰਹੋ ਵੀ ਹਿੰਦੁਸਤਾਨ ਦੇ ਫਲਾਣੇ ਰਾਜ ਸੀਗੇ, ਇੱਥੇ ਮਤਲਬ ਬਾਬਰ ਆਇਆ, ਫਿਰ ਹੁਮਾਯੂੰ ਆਇਆ, ਫਿਰ ਅਕਬਰ ਆਇਆ, ਫਿਰ ਔਰੰਗਜ਼ੇਬ ਆਇਆ, ਫਿਰ ਫਲਾਣਾ ਆਇਆ। ਇਹ ਸਭ ਚੀਜ਼ਾਂ ਵੀ ਹਿਸਟਰੀ ਵੀ ਹੋਣੀ ਚਾਹੀਦੀ ਹੈ। ਪਰ ਜਿਹੜੀ ਸਾਡੀ ਮਾਡਰਨ ਹਿਸਟਰੀ ਹੈ, ਹਿੰਦੁਸਤਾਨ ਆਜ਼ਾਦ ਕਿਸ ਤਰ੍ਹਾਂ ਹੋਇਆ, ਮਹਾਤਮਾ ਗਾਂਧੀ ਸਿਧਾਂਤ ਕੇਂਦਰ ਮੈਂ ਬਣਾਇਆ ਹੈ। ਮਹਾਤਮਾ ਗਾਂਧੀ ਜੀ ਦੀ ਲਿਖੀਆਂ ਹੋਈਆਂ 100 ਕਿਤਾਬਾਂ ਉਹਨਾਂ ਦੀਆਂ, ਉਹਨਾਂ ਦੇ ਬਾਰੇ, ਉਹਨਾਂ ਦੇਸ਼ ਭਗਤ ਸਿੰਘ ਜੀ ਦਾ ਇੰਨਾ ਕੁਝ ਲਿਖਿਆ ਹੋਇਆ, ਉਹ ਕਿਉਂ ਨਹੀਂ ਪੜ੍ਹਾਇਆ ਜਾਂਦਾ? ਉਹ ਚੀਜ਼ਾਂ ਪੜ੍ਹਾਉਣੀਆਂ ਚਾਹੀਦੀਆਂ ਸਾਡੇ ਸਕੂਲ 'ਚ। ਸਾਡੀ ਸੰਸਕ੍ਰਿਤੀ, ਸਾਡੀ ਧਰੋਹਰ ਹੈ। ਗੁਰੂ ਗ੍ਰੰਥ ਸਾਹਿਬ ਜੀ ਹੈ, ਗੀਤਾ ਹੈਗੀ ਹੈ, ਰਮਾਇਣ ਹੈ, ਮਹਾਭਾਰਤ ਹੈ, ਕੁਰਾਨ ਹੈ, ਬਾਈਬਲ ਹੈ। ਇਹਨਾਂ ਜਿਹੜੀਆਂ ਅੱਛੀਆਂ ਚੀਜ਼ਾਂ ਪਿਤਾ ਜੀ ਵੀ ਕਹਿੰਦੇ ਸੀਗੇ, ਇਹ ਜਿਹੜੀਆਂ ਚੀਜ਼ਾਂ ਤੁਸੀਂ ਸਕੂਲ 'ਚ ਪੜ੍ਹਾਉਣੀਆਂ ਚਾਹੀਦੀਆਂ ਤਾਂ ਕਿ ਬੱਚਿਆਂ ਦੇ ਸੰਸਕਾਰ ਅੱਛੇ ਬਣਨ। ਅਗਰ ਕੋਈ ਧਰਮ ਦੇ ਲਿਹਾਜ਼ ਨਾਲ ਦੂਜੇ ਧਰਮ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਉਹ ਬੱਚਾ ਉਸ ਟਾਈਮ ਸਕੂਲ ਉਹ ਕਲਾਸ 'ਚ ਨਾ ਬੈਠੇ। ਤੇ ਬਾਕੀ ਜਿਹੜੇ ਸੁਣਨਾ ਚਾਹੁੰਦੇ ਆ, ਜੇ ਅਗਰ ਮੈਨੂੰ ਪੁੱਛੋ, ਰੱਬ ਇੱਕ ਹੈ ਤੇ ਸਾਰੀਆਂ ਚੀਜ਼ਾਂ, ਸਭ ਕਿਤਾਬਾਂ, ਸਭ ਧਰਮ ਰੱਬ ਤੋਂ ਹੈ। ਇਹਨਾਂ ਸਭ ਤੋਂ ਅਸੀਂ ਅੱਛੀ ਚੀਜ਼ਾਂ ਲੈ ਸਕਦੇ ਹਾਂ। ਔਰ ਇਹ ਸਾਡੇ ਦੇਸ਼ ਦੇ ਲਈ ਬੱਚੇ ਜਿਹੜੇ ਸੰਸਕਾਰ, ਜਿਹੜੇ ਨਸ਼ਿਆਂ 'ਚ ਜਾ ਰਹੇ ਹੈ ਜਾਂ ਕੁਝ ਕੰਮਕਾਰ ਨਹੀਂ ਕਰਦੇ ਜਾਂ ਸ਼ਾਰਟਕਟ ਇਨਕਮ ਕਰਨਾ ਚਾਹੁੰਦੇ ਹੈ, ਤੇ ਸਾਡਾ ਦੇਸ਼ ਪਿੱਛੇ ਜਾ ਰਿਹਾ ਹੈ। ਦੇਸ਼ 'ਚ ਬਚਪਨ ਤੋਂ ਜਿਵੇਂ ਜਾਪਾਨੀ ਲੋਕ ਸੰਸਕਾਰ ਬਣਾਉਂਦੇ ਹੈ ਔਰ ਬਾਕੀ ਕੰਟਰੀ ਸੰਸਕਾਰ ਬਣਾਉਂਦੇ ਹੈ, ਅੱਜ ਈਵਨ ਮੈਂ ਸੋਚਦਾ ਕਿ ਚਾਈਨਾ ਵਾਲੇ ਵੀ ਜ਼ਿਆਦਾ ਪੈਟਰੀਓਟ ਹੋ ਗਏ ਹੈਗੇ ਸਾਡੇ ਨਾਲੋਂ, ਤੇ ਸਾਡਾ ਪੈਟਰੀਓਟਿਜ਼ਮ ਖਤਮ ਹੁੰਦਾ ਜਾ ਰਿਹਾ ਹੈ। ਜਦ ਤੱਕ ਅਸੀਂ ਆਪਣੀ ਸੰਸਕ੍ਰਿਤੀ ਨਾਲ ਨਹੀਂ ਜੁੜਾਂਗੇ, ਅਸੀਂ ਕਿਸ ਤਰ੍ਹਾਂ ਆਪਣੇ ਦੇਸ਼ ਨਾਲ ਜੁੜਾਂਗੇ? ਜੈ ਹਿੰਦ।